ਕਿਸੇ ਨੇ ਹੈਲਪ ਨਹੀਂ ਕੀਤੀ ਪੰਜਾਬ ਦੇ ਵਿੱਚ, ਅੱਜ ਤੱਕ ਨਹੀਂ ਕੀਤੀ। ਫਾਈਨੈਂਸ਼ੀਅਲੀ ਹੈਲਪ ਮੇਰੀ ਕਿਸੇ ਨੇ ਨਹੀਂ ਕੀਤੀ। ਸੁਣਿਆ ਜ਼ਰੂਰ ਹੈ ਮੈਂ ਕਿ ਕੋਈ ਜੇ ਬਾਲੀਵੁੱਡ ਦੇ ਅਦਾਕਾਰ ਆ, ਕੋਈ ਕੰਪਨੀਆਂ ਖਰੀਦ ਲੈਂਦੀਆਂ ਵਾ, ਜਾਂ NRI ਵੀਰ ਜਿਹੜੇ ਉਹ ਹੈਲਪ ਕਰਦੇ ਆ। ਮੈਂ ਤਾਂ ਯਕੀਨ ਮੰਨਦੇ ਅੱਜ ਤੱਕ ਮੇਰੀ ਕਿਸੇ ਨੇ ਹੈਲਪ ਨਹੀਂ ਕੀਤੀ। ਮੇਰੇ ਮਮ ਹੈਲਪ ਕਰਦੇ ਤੇ ਮੈਂ, ਜਾਂ ਮੇਰੀ ਪੰਜਾਬ ਪੁਲਿਸ ਦੇ ਜੋ ਮੇਰੇ ਖਿਡਾਰੀ ਆ ਉਹ ਮੈਨੂੰ ਪ੍ਰੈਕਟਿਸ ਕਰਵਾਉਂਦੇ ਨਾਲ। ਕਿਉਂਕਿ ਜੋ ਮੇਰੀ ਇੱਕ ਸ਼ੁਰੂ ਤੋਂ ਰਹੀ ਹੈ ਕਿ ਜਿਹੜੀ ਗੱਲ ਮੈਂ ਮੰਨ ਲਓ ਕਿ ਕੋਈ ਪਹਾੜ ਆ ਜਾਂ ਇਹ ਕਹਿ ਲਓ ਟਿੱਬਾ ਵਾ, ਤੇ ਇਹਨੂੰ ਮੈਂ ਕਹਾਂ ਮੈਂ ਖੋਦਣਾ ਵਾ ਤੇ ਰਾਤ ਤੱਕ ਮੈਂ ਇਹਨੂੰ ਖੋਦ ਸਕਦੀ ਹਾਂ, ਤੇ ਮੇਰੇ ਮੰਮੀ ਕਹਿਣਗੇ ਹਾਂ ਗੁਰਸ਼ਰਨ ਕਰ ਸਕਦੀ ਹੈ। ਮੈਂ ਜਿੰਨਾ ਹਾਲਾਤਾਂ ਤੋਂ ਡਰਦੀ ਸੀ ਮੈਂ ਉਹਨਾਂ ਨਾਲ ਲੜਦੀ ਹਾਂ। ਮੈਂ ਜਦੋਂ ਵੀ ਕੁਝ ਥੱਕ ਜਾਂਦੀ ਹੈ ਤੇ ਮੈਂ ਇਹ ਸੋਚਦੀ ਹਾਂ ਨਹੀਂ, ਮੈਂ ਇੱਕ ਮਾਂ ਵਾਂ ਤੇ ਮੈਂ ਕਦੇ ਹਾਰ ਨਹੀਂ ਸਕਦੀ। ਜਦੋਂ ਵੀ ਬੱਚੇ ਨੂੰ ਕਦੇ ਡਰ ਲੱਗਦਾ ਉਹ ਕਹਿੰਦਾ ਹਾਏ ਮੰਮੀ, ਰਾਈਟ, ਮੈਂ ਨਹੀਂ ਹਾਰ ਸਕਦੀ। ਸਾਡੀ ਬੇਟੀ ਜਿਹੜੀ ਉਹ DSP, ਸਾਡੀ ਜਿਹੜੀ ਬਹੂ ਉਹ DSP ਹੋਣੀ ਚਾਹੀਦੀ ਆ। ਸਾਡੀ ਜਿਹੜੀ ਉਹ SDM ਹੋਣੀ ਚਾਹੀਦੀ ਆ, DC ਹੋਣੀ ਚਾਹੀਦੀ ਆ, ਪਰ ਸਾਡੇ ਘਰ ਲੜਕੀ ਨਹੀਂ ਹੋਣੀ ਚਾਹੀਦੀ। ਸਭ ਤੋਂ ਜ਼ਿਆਦਾ ਦੁੱਖ ਦੀ ਗੱਲ ਮੇਰੇ ਲਈ ਉਦੋਂ ਸੀ ਜਦੋਂ ਮੇਰੇ ਹਸਬੈਂਡ ਨੇ ਕਿਹਾ ਕਿ ਮੇਰੀ ਬੇਟੀ ਦੇ ਵਿੱਚੋਂ ਤੇ ਮੇਰੇ ਦੇ ਵਿੱਚ ਇੱਕ ਚੀਜ਼ ਚੁਣ ਲਾ ਗੁਰਸ਼ਰਨ। ਤੇ ਮੈਂ ਸ਼ਾਇਦ 1 ਜਾਂ 2 ਸੈਕਿੰਡ ਲਗਾਏ ਸੀ ਆਪਣੀ ਬੇਟੀ ਨੂੰ ਚੁਣਨ ਲੱਗੇ। ਮੈਂ ਤੁਹਾਨੂੰ ਇੱਕ ਜ਼ਿੰਦਗੀ ਦਾ ਸੱਚ ਦੱਸਣਾ ਚਾਹੁੰਦੀ ਕਿ ਜਿਹੜਾ ਸਟੇਟ ਲੈਵਲ ਸੀਗਾ ਨਾ, ਮੇਰੇ ਲਈ ਉਹੀ ਬਹੁਤ ਵੱਡਾ ਸੀਗਾ। ਮੈਨੂੰ ਲੱਗਦਾ ਹੈ ਕਿ ਇਸ ਤੋਂ ਅੱਗੇ ਕੁਛ ਨਹੀਂ ਹੈਗਾ, ਇਹੀ ਆਖਰੀ ਆ। ਤੇ ਫਿਰ ਹੌਲੀ ਹੌਲੀ, ਪਹਿਲਾਂ ਮੈਂ ਲਾਲਚ ਸੀਗਾ ਮੈਨੂੰ ਪ੍ਰਮੋਸ਼ਨ ਮਿਲੂਗੀ, ਪਿਆਰ ਨਹੀਂ ਸੀਗਾ ਗੇਮ ਨਾਲ। ਅਸੀਂ ਲੱਖ ਦਾਅਵੇ ਕਰੀ ਜਾਈਏ ਕਿ ਅਸੀਂ ਨੇ ਬੜੀ ਤਰੱਕੀ ਕਰ ਲਈ, ਅਸੀਂ ਇਸ ਚੀਜ਼ ਨੂੰ ਅਚੀਵ ਕਰ ਲਿਆ, ਸਾਡਾ ਮੁਲਕ, ਸਾਡਾ ਸਮਾਜ ਇਸ ਪੱਧਰ ਤੇ ਪਹੁੰਚ ਗਿਆ। ਪਰ ਅੱਜ ਵੀ ਇੱਕ ਕੌੜੀ ਸੱਚਾਈ ਇਹ ਹੈ ਕਿ ਔਰਤਾਂ ਨੂੰ, ਲੜਕੀਆਂ ਨੂੰ ਅੱਜ ਵੀ ਇਸ ਤਰੀਕੇ ਨਾਲ ਵੇਖਿਆ ਜਾਂਦਾ ਕਿ ਉਹ ਮਰਦਾਂ ਦੇ ਮੁਕਾਬਲੇ 'ਚ ਥੱਲੇ ਨੇ। ਜੋ ਕੰਮ ਮਰਦ ਕਰ ਸਕਦੇ ਨੇ ਸ਼ਾਇਦ ਉਹ ਔਰਤਾਂ ਨਹੀਂ ਕਰ ਸਕਦੀਆਂ। ਸਾਡੇ ਪਿੰਡਾਂ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਵੱਡਾ ਤਬਕਾ ਇਹੀ ਸੋਚਦਾ। ਪਰ ਫਿਰ ਜਦੋਂ ਔਰਤਾਂ ਨੂੰ, ਲੜਕੀਆਂ ਨੂੰ ਮੌਕਾ ਮਿਲਿਆ ਕਿਸੇ ਪਲੇਟਫਾਰਮ ਦੇ ਉੱਤੇ ਜਾ ਕੇ ਆਪਣੇ ਹੁਨਰ ਨੂੰ ਵਿਖਾਉਣ ਦਾ, ਤਾਂ ਏਦਾਂ ਦਾ ਹੁਨਰ ਵਿਖਾਇਆ ਕਿ ਉਹਨਾਂ ਲੋਕਾਂ ਦੇ ਮੂੰਹ ਦੇ ਉੱਤੇ ਬੜੀ ਚੰਗੀ ਚਪੇੜ ਵੱਜੀ। ਪਰ ਤਰਾਸਦੀ ਇਹ ਹੈ ਕਿ ਇਹ ਚਪੇੜਾਂ ਸਮੇਂ-ਸਮੇਂ ਤੇ ਵੱਜਦੀਆਂ ਤਾਂ ਰਹੀਆਂ ਨੇ, ਪਰ ਲੋਕਾਂ ਦੀ ਸੋਚ ਜਿਹੜੀ ਆ ਉਹ ਬਹੁਤ ਜ਼ਿਆਦਾ ਨਹੀਂ ਬਦਲੀ। ਸਾਡੀ ਐਗਜ਼ਾਮਪਲ ਪਿਛਲੀਆਂ 올림픽ਸ ਤੋਂ ਹੀ ਵੇਖ ਸਕਦੇ ਹਾਂ ਕਿ ਦੇਸ਼ ਦੀ ਜੇ ਇੱਜ਼ਤ ਕਿਸੇ ਨੇ ਬਚਾਈ ਸੀ ਤਾਂ ਉਹ ਲੜਕੀਆਂ ਨੇ ਬਚਾਈ ਸੀ। ਕਿਸੇ ਖੇਡ ਦੇ ਵਿੱਚ ਮਰਦਾਂ ਦੇ ਵੱਲੋਂ ਸਾਨੂੰ ਮੈਡਲ ਹਾਸਲ ਨਹੀਂ ਸੀ ਹੋਇਆ। ਸੋ ਖੇਡ ਮੈਦਾਨ ਬੋਲਦਾ ਹੈ ਦੇ ਵਿੱਚ ਅੱਜ ਅਸੀਂ ਗੱਲਬਾਤ ਵੀ ਜਿਸ ਖਿਡਾਰਨ ਦੇ ਨਾਲ ਕਰਨ ਜਾ ਰਹੇ ਹਾਂ ਉਸ ਨੇ ਦੇਸ਼ ਦੀ ਪ੍ਰਤੀਨਿਧਤਾ ਕੀਤੀ ਹੋਈ ਹੈ। ਮੈਂ ਗੱਲ ਕਰਨ ਜਾ ਰਿਹਾ ਜੀ ਗੁਰਸ਼ਰਨਪ੍ਰੀਤ ਕੌਰ ਦੀ, ਜਿਹੜੇ ਕਿ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਬਤੌਰ ਸਬ ਇੰਸਪੈਕਟਰ ਸੇਵਾਵਾਂ ਨਿਭਾ ਰਹੇ ਨੇ। ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਵੜਿੰਗ ਮੋਹਨਪੁਰ ਦੀ ਇਹ ਧੀ ਜਿਹੜੀ ਹੁਣ ਤੱਕ ਦਾ ਆਪਣੀ ਜ਼ਿੰਦਗੀ ਦਾ ਸਫ਼ਰ ਜੋ ਹੈ ਉਹ ਬੜੀਆਂ ਔਕੜਾਂ ਦੇ ਨਾਲ ਹੰਢਾ ਕੇ ਇੱਥੋਂ ਤੱਕ ਪਹੁੰਚੀ ਹੈ। ਸੋ ਮੈਂ ਬਹੁਤਾ ਕੁਝ ਤੁਹਾਨੂੰ ਨਹੀਂ ਦੱਸਾਂਗਾ, ਆਪਾਂ ਗੁਰਸ਼ਰਨ ਦੀ ਜ਼ੁਬਾਨੀ ਹੀ ਜਾਣਾਂਗੇ, ਉਸ ਦੀਆਂ ਪ੍ਰਾਪਤੀਆਂ, ਉਸ ਨੇ ਜ਼ਿੰਦਗੀ ਦੇ ਖੱਟੇ ਮਿੱਠੇ ਤਜਰਬੇ, ਔਕੜਾਂ ਜਿਨ੍ਹਾਂ ਨੂੰ ਪਾਰ ਕਰਕੇ ਅੱਜ ਇੱਥੇ ਪਹੁੰਚੀ ਹੈ। ਗੁਰਸ਼ਰਨ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਸਭ ਤੋਂ ਜ਼ਿਆਦਾ ਧੰਨਵਾਦ ਮੈਂ ਤੁਹਾਡਾ ਕਰਦੀ ਹਾਂ ਕਿ ਲਾਕਡਾਊਨ ਦੇ ਵਿੱਚ ਵੀ ਤੁਸੀਂ ਮੈਨੂੰ ਸਾਰੀ ਦੁਨੀਆ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਜੀ। ਗੁਰਸ਼ਰਨ, ਖੇਡ ਮੈਦਾਨ ਬੋਲਦਾ ਹੈ ਦੇ ਵਿੱਚ ਅਸੀਂ ਵੱਖ-ਵੱਖ ਖਿਡਾਰੀਆਂ ਦੇ ਨਾਲ ਦਰਸ਼ਕਾਂ ਨੂੰ ਰੂਬਰੂ ਕਰਾਉਂਦੇ ਹਾਂ। ਸੋ ਤੁਹਾਡਾ ਜਿਹੜਾ ਅਸੀਂ ਜਦੋਂ ਰਿਕਾਰਡ ਦੇਖਦੇ ਹਾਂ, ਤੁਹਾਡੀਆਂ ਜਿਹੜੀਆਂ ਪ੍ਰਾਪਤੀਆਂ ਦੇਖਦੇ ਹਾਂ ਉਹ ਬਹੁਤ ਜ਼ਿਆਦਾ ਨੇ। ਸੋ ਮੈਂ ਗੱਲਬਾਤ ਇੱਥੋਂ ਸ਼ੁਰੂ ਕਰੂੰਗਾ ਕਿ ਇੱਕ ਆਰਟੀਕਲ ਦੇ ਵਿੱਚ ਤੁਹਾਡੇ ਬਾਰੇ ਪੜ੍ਹਿਆ ਕਿ ਮੈਂ ਕੁਸ਼ਤੀ ਖੇਡ ਚੁਣਨਾ ਨਹੀਂ ਸੀ ਚਾਹੁੰਦੀ, ਇਸ ਤਰ੍ਹਾਂ ਕਿਉਂ? ਹਾਂ, ਕਿਉਂਕਿ ਮੈਂ ਸਟੱਡੀ ਕਰਨਾ ਚਾਹੁੰਦੀ ਸੀ। ਪਹਿਲਾਂ ਜਦੋਂ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀਗੇ ਤੇ ਸਾਡੀ ਕੋਈ ਫਾਈਨੈਂਸ਼ੀਅਲੀ ਜਿਹੜੀ ਸੀਗੀ ਉਹ ਅਸੀਂ ਜ਼ਿਆਦਾ ਮਤਲਬ ਕਿ ਅਸੀਂ ਬਹੁਤ ਵੀਕ ਸੀਗੇ ਤੇ ਮੈਂ
ਪੜ੍ਹਾਈ ਕਰਕੇ ਵੀ ਮੈਂ ਆਪਣੀ ਜੌਬ ਲੈਣਾ ਚਾਹੁੰਦੀ ਸੀ, ਜੌਬ ਲੈ ਕੇ ਮੈਂ ਆਪਣੀ ਮੰਮਾ ਦੀ ਹੈਲਪ ਕਰਨਾ ਚਾਹੁੰਦੀ ਸੀ। ਤੇ ਇਸ ਲਈ ਮੇਰੀ ਜਿਹੜੀ ਗੇਮ ਸੀ ਉਹ ਮੈਨੂੰ ਸ਼ੌਂਕ ਨਹੀਂ ਸੀਗਾ ਗੇਮ ਕਰਨ ਦਾ, ਮੈਨੂੰ ਪੜ੍ਹਨ ਦਾ ਜ਼ਿਆਦਾ ਸ਼ੌਂਕ ਸੀਗਾ ਕਿ ਮੈਨੂੰ ਜਲਦੀ ਤੋਂ ਜਲਦੀ ਜੌਬ ਮਿਲ ਜਾਵੇ। ਪਰ ਜਦੋਂ ਮੈਂ ਕੁਸ਼ਤੀ ਦੇ ਵਿੱਚ ਆਈ ਤੇ ਹੁਣ ਮੈਨੂੰ ਕੁਸ਼ਤੀ ਦੇ ਨਾਲ ਪਿਆਰ ਹੋ ਗਿਆ। ਇਹ ਆਉਣ ਦਾ ਸਬਬ ਕਿਵੇਂ ਬਣਿਆ ਕੁਸ਼ਤੀ ਦੇ ਵਿੱਚ? ਕਿਉਂਕਿ ਜਦੋਂ ਮੈਂ +1 ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ ਗਈ ਤੇ ਉੱਥੇ ਸਾਡੇ ਮੈਡਮ ਸੀਗੇ ਸ਼ਾਂਤੀ, ਇਹ ਗੋਲਾ ਜਿਹੜਾ ਵਾ ਇਹਨੂੰ ਸੁੱਟ ਕੇ ਵੇਖੋ। ਮੈਂ ਬਹੁਤ ਕਿਹਾ ਮੈਡਮ ਮੇਰੀ ਪੜ੍ਹਾਈ ਖਰਾਬ ਹੋ ਜਾਣੀ, ਮੈਂ ਨਹੀਂ ਇਹ ਕਰ ਸਕਦੀ, ਗੇਮ ਦੇ ਵਿੱਚ ਨਹੀਂ ਆ ਸਕਦੀ, ਮੇਰੇ ਕੋਲ ਟਾਈਮ ਬਹੁਤ ਥੋੜਾ ਵਾ। ਉਹਨਾਂ ਨੇ ਜਦੋਂ ਮੇਰੇ ਕੋਲੋਂ ਪਹਿਲੀ ਵਾਰ ਗੋਲਾ ਸੁਟਵਾਇਆ ਤੇ ਉਹ 9 ਮੀਟਰ ਦੇ ਤਕਰੀਬਨ ਗਿਆ। ਉਹ ਕਹਿੰਦੇ ਇੰਨੀ ਤਰੀਕ ਨੂੰ ਨਾ ਆਪਣੀਆਂ ਜ਼ਿਲ੍ਹਾ ਡਿਸਟ੍ਰਿਕਟ ਦੀਆਂ ਗੇਮਾਂ ਵਾ ਤੇ ਆਪਾਂ ਉੱਥੇ ਜਾਣਾ ਵਾ। ਮੈਂ ਕਿਹਾ ਨਹੀਂ ਮੈਡਮ ਮੈਂ ਜਾ ਨਹੀਂ ਸਕਦੀ, ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ, ਮੈਂ ਘਰ ਦਾ ਕੰਮ ਵੀ ਕਰਨਾ ਹੁੰਦਾ ਵਾ, ਮੈਂ ਸਟੱਡੀ ਵੀ ਕਰਨੀ ਆ ਤੇ ਮੈਂ ਤੁਹਾਡੇ ਨਾਲ ਨਹੀਂ ਜਾ ਸਕਦੀ। ਉਹਨਾਂ ਮੇਰੀ ਮੰਮਾ ਨਾਲ ਗੱਲ ਕਰਕੇ ਤੇ ਮੈਨੂੰ ਲੈ ਕੇ ਗਏ ਤੇ ਮੈਂ ਜ਼ਿਲ੍ਹੇ ਦੇ ਵਿੱਚ ਫਸਟ ਆਈ ਤੇ ਮੇਰਾ ਅਖਬਾਰ ਦੇ ਵਿੱਚ ਨਾਮ ਆਇਆ। ਤੇ ਉਸ ਤੋਂ ਜਿਹੜਾ ਆ ਉਹ ਮੇਰੀ ਜਿਹੜੀ ਰੁਚੀ ਆ ਉਹ ਪਹਿਲਾ ਕਦਮ ਸੀਗਾ ਉਹ ਕਿ ਜਿਹੜਾ ਉਹ ਸ਼ਾਂਤੀ ਸ਼ਰਮਾ ਮੈਡਮ ਨੇ ਮੇਰੇ ਕੋਲ ਗੋਲਾ ਸੁਟਵਾ ਕੇ ਛੁਪਾਇਆ ਸੀਗਾ। ਫਿਰ ਮੈਨੂੰ ਇਹਦੇ ਨਾਲ ਹੌਲੀ ਹੌਲੀ ਲਗਾਅ ਹੁੰਦਾ ਗਿਆ ਗੇਮ ਦੇ ਨਾਲ ਕਿ ਉਦੋਂ ਅੰਦਰ ਸੀ ਜਿੱਧਰ ਵੀ ਜਾਂਦੀ ਸੀਗੀ ਨਾ ਉਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਮੈਂ ਡਿਸਟ੍ਰਿਕਟ ਤੇ ਸਟੇਟ ਦੇ ਵਿੱਚੋਂ ਤਕਰੀਬਨ ਨਾਰਮਲ ਫਸਟ ਆ ਗਈ ਸੀਗੀ। ਫਿਰ ਮੈਨੂੰ ਜਲਦੀ ਪਤਾ ਲੱਗ ਗਿਆ ਕਿ ਸਪੋਰਟਸ ਵਿੱਚ ਜਿਹੜੀ ਹੈ ਜੌਬ ਮਿਲਣਾ ਬਹੁਤ ਸੌਖੀ ਹੈ, ਇਸ ਲਈ ਫਿਰ ਮੈਂ ਗੇਮ ਨੂੰ ਚੁਣ ਲਿਆ। ਜੀ ਅੱਛਾ, ਉਸ ਵੇਲੇ ਜਦੋਂ ਤੁਸੀਂ ਸ਼ੁਰੂਆਤ ਕੀਤੀ ਉਮੀਦ ਤੁਹਾਨੂੰ ਬੱਝ ਗਈ ਸੀ ਕਿ ਮੈਂ ਹਾਂ ਅੱਗੇ ਤੱਕ ਪਹੁੰਚੂਗੀ, ਮੈਂ ਆਪਣੀਆਂ ਜਿਹੜੀਆਂ ਪ੍ਰਾਪਤੀਆਂ ਜਿਹੜੀਆਂ ਕਰਨੀਆਂ ਨੇ ਜਾਂ ਉਹ ਮੈਂ ਹਾਸਲ ਕਰ ਸਕਦੀ ਹਾਂ, ਕਿਉਂਕਿ ਜੌਬ ਦਾ ਤੁਹਾਨੂੰ ਪਤਾ ਲੱਗ ਗਿਆ ਕਿ ਸਪੋਰਟਸ ਦੇ ਰਾਹੀਂ ਜੌਬ ਜਿਹੜੀ ਆ ਉਹ ਮਿਲ ਸਕਦੀ ਆ। ਪਰ ਇੱਕ ਹੋਰ ਵਿਸ਼ਵਾਸ ਹੁੰਦਾ ਨਾ ਕਿ ਇਹ ਤਾਂ ਡਿਸਟ੍ਰਿਕਟ ਲੈਵਲ ਆ, ਮੈਂ ਇੱਕ ਵੱਡੇ ਲੈਵਲ ਤੇ ਜਾਣਾ ਚਾਹੁੰਦੀ ਹਾਂ। ਮੈਂ ਤੁਹਾਨੂੰ ਇੱਕ ਜ਼ਿੰਦਗੀ ਦਾ ਸੱਚ ਦੱਸਣਾ ਚਾਹੁੰਦੀ ਕਿ ਜਿਹੜਾ ਸਟੇਟ ਲੈਵਲ ਸੀਗਾ ਨਾ ਮੇਰੇ ਲਈ ਉਹੀ ਬਹੁਤ ਵੱਡਾ ਸੀਗਾ। ਮੈਨੂੰ ਲੱਗਦਾ ਸੀ ਕਿ ਇਸ ਤੋਂ ਅੱਗੇ ਕੁਛ ਨਹੀਂ ਹੈਗਾ, ਇਹੀ ਆਖਰੀ ਆ। ਮੈਂ ਜਦ ਪੁਲਿਸ ਦੇ ਵਿੱਚ ਭਰਤੀ ਹੋ ਗਈ ਸੀ ਮੈਨੂੰ ਉਦੋਂ ਵੀ ਪਤਾ ਨਹੀਂ ਸੀਗਾ ਕਿ ਨੈਸ਼ਨਲ ਤੇ ਇੰਟਰਨੈਸ਼ਨਲ ਜਿਹੜੇ ਉਹ ਕੀ ਆ, ਉਹਨਾਂ ਵਾਸਤੇ ਉਹਨਾਂ ਦਾ ਕੀ ਮਹੱਤਤਾ ਵਾ। ਮੈਨੂੰ ਕੋਈ ਪਿਆਰ ਨਹੀਂ ਸੀਗਾ। ਮੈਂ ਜਦੋਂ ਜੌਬ ਮਿਲਣ ਤੋਂ ਬਾਅਦ ਮੈਨੂੰ ਗੇਮ ਦੇ ਨਾਲ ਇੰਨਾ ਪਿਆਰ ਨਹੀਂ ਸੀ। ਉਹ ਤੇ ਜਦੋਂ ਬਾਅਦ ਦੇ ਵਿੱਚ ਮੈਨੂੰ ਉਹਦੀ ਵੈਲਿਊ ਦਾ ਪਤਾ ਲੱਗਦਾ ਗਿਆ ਕਿ ਜੋ ਮੈਡਲ ਮਿਲਦੇ ਆ, ਪ੍ਰਮੋਸ਼ਨ ਮਿਲਦੀ ਆ, ਤੇ ਫਿਰ ਹੌਲੀ ਹੌਲੀ ਪਹਿਲਾਂ ਮੈਂ ਲਾਲਚ ਸੀਗਾ ਮੈਨੂੰ ਕਿ ਪ੍ਰਮੋਸ਼ਨ ਮਿਲੂਗੀ, ਪਿਆਰ ਨਹੀਂ ਸੀਗਾ ਗੇਮ ਨਾਲ। ਇਹ 2002 ਦੇ ਵਿੱਚ ਜਿਹੜਾ ਵਾ ਉਹ ਜਦੋਂ ਇੱਥੇ ਨੈਸ਼ਨਲ ਗੇਮਾਂ ਹੋਈਆਂ ਤੇ ਨੈਸ਼ਨਲ ਗੇਮਾਂ 'ਚ ਮੇਰਾ ਗੋਲਡ ਹੈ। ਫਿਰ ਮੈਨੂੰ ਗੇਮ ਦੇ ਨਾਲ ਪਿਆਰ ਹੋਇਆ ਕਿ ਜਦੋਂ ਆਪਾਂ ਗੇਮ ਕਰਦੇ ਹਾਂ ਉੱਚੇ ਪੱਧਰ ਤੇ ਜਾਂਦੇ ਹਾਂ ਤੇ ਪਬਲਿਕ ਆਪਾਂ ਨੂੰ ਪਿਆਰ ਕਰਦੀ ਆ, ਅਖਬਾਰਾਂ ਦੇ ਵਿੱਚ ਨਾਮ ਆਉਂਦਾ ਵਾ, ਮੀਡੀਆ ਦੇ ਉੱਪਰ ਆਈਦਾ ਵਾ ਤੇ ਉਹਦੇ ਨਾਲ ਆਪਣਾ ਕੌਨਫੀਡੈਂਸ ਲੈਵਲ ਵੱਧਦਾ ਵਾ, ਆਪਾਂ ਨੂੰ ਮਾਣ ਮਹਿਸੂਸ ਹੁੰਦਾ ਵਾ ਕਿ ਹਾਂ ਅਸੀਂ ਕੁਛ ਕਰ ਰਹੇ ਹਾਂ, ਅਸੀਂ ਵੀ ਦੁਨੀਆ ਤੇ ਪੈਦਾ ਹੋਏ ਹਾਂ, ਕੁਛ ਕਰਨ ਵਾਸਤੇ ਪੈਦਾ ਹੋਏ ਹਾਂ। ਅੱਛਾ, ਜਦੋਂ ਤੁਸੀਂ ਇਸ ਪਾਸੇ ਨੂੰ ਚੱਲ ਪਏ ਹਨਾ, ਜੌਬ ਤੁਸੀਂ ਮਕਸਦ ਰੱਖਿਆ ਸੀਗਾ ਕਿ ਜੌਬ ਮਿਲ ਜੂਗੀ ਤੇ ਪਰਿਵਾਰ ਦੇ ਹਾਲਾਤ ਸੁਧਰ ਜਾਣਗੇ, ਤੇ ਜਦੋਂ ਗੇਮ ਦੇ ਨਾਲ ਪਿਆਰ ਹੋਣ ਲੱਗਿਆ, ਮੁਹੱਬਤ ਹੋਈ ਖੇਡ ਦੇ ਨਾਲ ਤੇ ਖੇਡ ਪ੍ਰਤੀ ਹੋਰ ਜ਼ਿਆਦਾ ਦਿਲਚਸਪੀ ਲਈ, ਹੋਰ ਆਪਣੀ ਮਿਹਨਤ ਸ਼ੁਰੂ ਕੀਤੀ, ਇਹ ਹੋਇਆ ਕਿ ਟੰਗਾਂ ਕਿਸੇ ਨੇ ਖਿੱਚੀਆਂ ਹੋਣ ਕਿ ਨਹੀਂ ਯਾਰ ਤੇਰਾ ਚੰਗਾ ਭਲਾ ਕੰਮ ਸੈੱਟ ਆ, ਨੌਕਰੀ ਤੈਨੂੰ ਮਿਲ ਗਈ ਆ ਹਨਾ, ਤੂੰ ਹੁਣ ਕਿਉਂ ਇਧਰਲੇ ਪਾਸੇ ਨੂੰ ਹੱਡ ਘਸਾਈ ਕਰਦੀ ਹੈ? ਨਹੀਂ, ਮੇਰੇ ਜਿਹੜੀ ਮਦਰ ਸੀਗੇ ਨਾ ਉਹਨਾਂ ਦੀ ਮੇਰੀ ਸ਼ੁਰੂ ਤੋਂ ਬੜੀ ਸਪੋਰਟ ਰਹੀ ਆ। ਜੇ ਮੈਂ ਉਹਨਾਂ ਨੂੰ ਕਹਿੰਦੀ ਨਾ ਕਿ ਮੈਂ ਡਾਂਸਿੰਗ ਦੇ ਵਿੱਚ ਜਾਣਾ ਵਾ, ਉਹ ਮੇਰੇ ਤੇ ਵਿਸ਼ਵਾਸ ਬਹੁਤ ਕਰਦੇ ਕਿ ਜੇ ਮੈਂ ਡਾਂਸ ਦੇ ਵਿੱਚ ਵੀ ਜਾਂਦੀ ਨਾ ਤਾਂ ਉਹਨਾਂ ਨੇ ਵਿਸ਼ਵਾਸ ਕਰਨਾ ਹੈ ਕਿ ਹਾਂ ਮੈਂ ਵਿਨ ਕਰ ਸਕਦੀ ਹਾਂ। ਕਿਉਂਕਿ ਜੋ ਮੇਰੀ ਇੱਕ ਸ਼ੁਰੂ ਤੋਂ ਰਹੀ ਹੈ ਕਿ ਜਿਹੜੀ ਗੱਲ ਮੈਂ ਮੰਨ ਲਓ ਕਿ ਕੋਈ ਪਹਾੜ ਆ ਜਾਂ ਇਹ ਕਹਿ ਲਓ ਟਿੱਬਾ ਵਾ ਤੇ ਇਹਨੂੰ ਮੈਂ ਕਹਾਂ ਮੈਂ ਖੋਦਣਾ ਵਾ ਤੇ ਰਾਤ ਤੱਕ ਮੈਂ ਇਹਨੂੰ ਖੋਦ ਸਕਦੀ ਹਾਂ, ਤੇ ਮੇਰੇ ਮੰਮੀ ਕਹਿਣਗੇ ਹਾਂ ਗੁਰਸ਼ਰਨ ਕਰ ਸਕਦੀ ਹੈ। ਮੈਂ ਉਹਨਾਂ ਨੂੰ ਕਿਹਾ ਕਿ ਪਹਿਲਾਂ ਮੈਂ ਹੈਮਰ ਦੇ ਵਿੱਚ ਭਰਤੀ ਹੋਈ ਸੀਗੀ ਪੁਲਿਸ ਦੇ ਵਿੱਚ। ਅੱਛਾ। ਤੇ ਜਿਹੜੀ ਕੁਸ਼ਤੀ ਦੀ ਗੇਮ ਹੈ ਮੈਂ ਭਰਤੀ ਹੋਣ ਤੋਂ ਬਾਅਦ ਚੁਣੀ ਆ। ਤੇ ਉਹਨਾਂ ਨੇ ਪੁੱਛਿਆ ਕਿ ਮੈਂ ਕੁਸ਼ਤੀ ਕਰ ਸਕਦੀ ਹਾਂ, ਕੁਸ਼ਤੀ ਦੇ ਵਿੱਚ ਇਵੇਂ ਦੇ ਕੱਪੜੇ ਪਾਉਂਦੇ ਆ। ਉਹਨਾਂ ਦੀ ਹਾਂ ਮਿਲਣ ਤੋਂ ਬਾਅਦ ਤੇ ਫਿਰ ਮੈਂ ਦੁਨੀਆ ਦੇ ਵੇਖਦੀ ਗਈ ਕਿ ਕਿੰਨੀ ਕੋਈ ਪ੍ਰੈਕਟਿਸ ਕਰਦਾ ਵਾ, ਵੀ ਜੇ ਕੋਈ ਜਾਂ ਡੰਡ ਮਾਰਦਾ ਤੇ ਮੈਂ 1200 ਮਾਰਨਾ ਵਾ, ਮੇਰੇ ਤੋਂ ਪਿੱਛੇ ਨਹੀਂ ਰਹਿਣਾ, ਕਿਉਂਕਿ ਮੈਂ ਜਲਦੀ ਕਾਮਯਾਬੀ ਹਾਸਲ ਕਰਨੀ ਆ। ਮੈਂ ਸ਼ੁਰੂ ਤੋਂ ਇੱਕ ਹੀ ਏਮ ਰੱਖਿਆ ਆਪਣੀ ਮੌਮ ਨੂੰ ਸੁੱਖ ਦੇਣਾ।
ਕਿ ਉਹਨਾਂ ਨੇ ਬਹੁਤ ਮੁਸ਼ਕਲਾਂ ਸਾਡੇ ਲਈ ਵੇਖੀਆਂ ਸੀ। ਮੈਂ ਉਹਨਾਂ ਮੁਸ਼ਕਲਾਂ ਨੂੰ ਖਤਮ ਕਰਨਾ ਚਾਹੁੰਦੀ ਸੀ, ਪਰ ਹਾਲਾਤ ਇਵੇਂ ਦੇ ਬਣਦੇ ਗਏ ਕਿ ਉਹਨਾਂ ਨੂੰ ਮੇਰੇ ਤੋਂ ਵੀ ਬੜੀਆਂ, ਜਿਵੇਂ ਹੁਣ ਮੇਰੇ ਸਸੁਰਾਲ ਦੇ ਵਿੱਚ ਮੇਰੇ ਨਾਲ ਇਨ-ਲॉज ਨੇ ਮੇਰੇ ਨਾਲ ਬਹੁਤ ਮਾੜਾ ਕੀਤਾ, ਤੇ ਮੇਰੇ ਤੋਂ ਇਹਨਾਂ ਨੂੰ ਦੁੱਖ ਵੀ ਕਾਫੀ ਮਿਲੇ ਆ, ਪਰ ਮੈਂ ਕੋਸ਼ਿਸ਼ ਕਰਦੀ ਹਾਂ ਅਜੇ ਤੱਕ ਵੀ ਕਿ ਮੈਂ ਉਹਨਾਂ ਨੂੰ ਖੁਸ਼ ਰੱਖ ਸਕਾਂ। ਤੇ ਜਿਹੜੀ ਮੇਰੀ ਬੈਕਬੋਨ ਹੈ ਉਹ ਮੇਰੀ ਮਾਂ ਵਾ। ਹੁਣ ਵੀ ਜਿਹੜਾ ਮੇਰਾ ਮੈਡਲ ਆਇਆ ਵਾ, ਮੈਂ ਸਾਊਥ ਏਸ਼ੀਆ ਗੇਮ ਦੇ ਵਿੱਚ ਗੋਲਡ ਲਿਆ ਵਾ, ਤੇ ਏਸ਼ੀਆ ਚੈਂਪੀਅਨਸ਼ਿਪ ਦੇ ਵਿੱਚੋਂ ਮੇਰਾ ਬ੍ਰੌਂਜ਼ ਮੈਡਲ ਆਇਆ, ਉਹ ਮੇਰੀ ਮਮ ਦੀ ਹੈਲਪ ਨਾਲ ਆਇਆ। ਮੇਰੀ ਕਿਸੇ ਨੇ ਹੈਲਪ ਨਹੀਂ ਕੀਤੀ ਪੰਜਾਬ ਦੇ ਵਿੱਚ, ਅੱਜ ਤੱਕ ਨਹੀਂ ਕੀਤੀ। ਫਾਈਨੈਂਸ਼ੀਅਲੀ ਹੈਲਪ ਮੇਰੀ ਕਿਸੇ ਨੇ ਨਹੀਂ ਕੀਤੀ। ਸੁਣਿਆ ਜ਼ਰੂਰ ਹੈ ਮੈਂ ਕਿ ਕੋਈ ਜੇ ਬਾਲੀਵੁੱਡ ਦੇ ਅਦਾਕਾਰ ਆ, ਕੋਈ ਕੰਪਨੀਆਂ ਖਰੀਦ ਲੈਂਦੀਆਂ ਵਾ, ਜਾਂ NRI ਵੀਰ ਜਿਹੜੇ ਉਹ ਹੈਲਪ ਕਰਦੇ ਆ। ਮੈਂ ਤਾਂ ਯਕੀਨ ਮੰਨਿਓ ਅੱਜ ਤੱਕ ਮੇਰੀ ਕਿਸੇ ਨੇ ਹੈਲਪ ਨਹੀਂ ਕੀਤੀ। ਮੇਰੀ ਮਮ ਹੈਲਪ ਕਰਦੇ ਤੇ ਮੈਂ, ਜਾਂ ਮੇਰੀ ਪੰਜਾਬ ਪੁਲਿਸ ਦੇ ਜੋ ਮੇਰੇ ਖਿਡਾਰੀ ਆ ਉਹ ਮੇਰੀ ਪ੍ਰੈਕਟਿਸ ਕਰਵਾਉਂਦੇ ਨਾਲ। ਇਸ ਤੋਂ ਇਲਾਵਾ ਮੇਰੀ ਹੈਲਪ ਕਿਸੇ ਨੇ ਨਹੀਂ ਕੀਤੀ। ਮਤਲਬ ਗੱਲਾਂ ਮਾਰਨ ਹੈ ਨਾ, ਕੋਕੀ ਵਾਵਾ ਕਰਨ ਬਹੁਤ ਲੋਕ ਇਕੱਠੇ ਹੋ ਜਾਂਦੇ ਨੇ। ਹਾਂਜੀ, ਤੇ ਹੁਣ ਮੇਰਾ ਮੈਡਲ ਵੀ ਆਇਆ ਵਾ ਨਾ, ਤੇ ਮੇਰੀ ਤੁਸੀਂ ਯਕੀਨ ਨਹੀਂ ਕਰਨਾ ਵੀ ਜੇ ਮੈਂ ਉਹ ਝੂਠ ਲੱਗੂਗਾ, ਮੈਨੂੰ ਕਿਸੇ ਨੇ 10 ਰੁਪਏ ਦਾ ਵੀ ਆਸ਼ੀਰਵਾਦ ਨਹੀਂ ਦਿੱਤਾ, ਪਰ ਫਿਰ ਵੀ ਮੈਂ ਖੁਸ਼ ਹਾਂ ਕਿ ਜਿਹੜਾ ਮੈਂ ਇਤਿਹਾਸ ਦੇ ਵਿੱਚ 36 ਈਅਰ ਦੇ ਵਿੱਚ ਮੈਡਲ ਲੈ ਕੇ ਨਾਮ ਲਿਖਿਆ ਵਾ, ਸ਼ਾਇਦ ਕੋਈ ਲੜਕੀ ਅੱਗੇ ਲਿਖੂਗੀ। ਗੁਰਸ਼ਰਨ ਕਿਉਂ ਲੱਗਦਾ, ਮਤਲਬ ਇਹ ਇਦਾਂ ਕਿਉਂ ਆ ਆਪਣੇ ਹਨਾ ਆਲੇ ਦੁਆਲੇ ਆਪਣੇ ਸਮਾਜ ਦੇ ਲੋਕ? ਮਤਲਬ ਤੁਸੀਂ ਦੇਸ਼ ਲਈ ਖੇਡ ਚੁੱਕੇ ਹੋ, ਇੰਨਾ ਵੱਡਾ ਤੁਸੀਂ ਨਾਂ ਕਮਾਇਆ, ਮੁਲਕ ਦਾ ਸਿਰ ਉੱਚਾ ਕੀਤਾ, ਤੇ ਸਾਡੇ ਆਲੇ ਦੁਆਲੇ ਦੇ ਲੋਕ ਇੱਕ ਸਾਨੂੰ ਉਤਸ਼ਾਹ ਵੀ ਨਹੀਂ ਦੇ ਸਕਦੇ, ਸਾਡਾ ਹਨਾ ਪ੍ਰੋਤਸਾਹਨ ਵੀ ਨਹੀਂ ਕਰ ਸਕਦੇ, ਕਿਉਂ? ਤੁਸੀਂ ਕੀ ਸਮਝਦੇ ਹੋ, ਕੀ ਲੱਗਦਾ? ਨਹੀਂ, ਮੈਨੂੰ ਦੁਨੀਆ ਦਾ ਤੇ ਮੈਨੂੰ ਪਤਾ ਨਹੀਂ ਹੈਗਾ ਕੀ ਆ, ਤੇ ਮੇਰੇ ਆਪਣੇ ਹਾਲਾਤ ਇਵੇਂ ਦੇ ਆ ਕਿ ਮੇਰੇ ਬ੍ਰਦਰ ਜਿਹੜੇ ਉਹ ਅਜੇ 22 ਸਾਲ ਦੇ ਆ, ਫਾਦਰ ਸਾਹਿਬ ਹੈ ਨਹੀਂ ਆ। ਇਸ ਕਰਕੇ ਸਾਡੇ ਥੋੜਾ ਸਾਡਾ ਪੋਲੀਟੀਕਲ ਪਾਰਟੀ ਦੇ ਨਾਲ ਸੰਬੰਧ ਨਹੀਂ ਹੈਗਾ। ਤੇ ਜੇ ਆਪਣੇ ਮਤਲਬ ਫਾਦਰ ਸਾਹਿਬ ਹੋਣਗੇ ਤੇ ਉਹਨਾਂ ਦੇ ਆਮ ਜਿਹੜੇ ਹੁੰਦੇ ਆ ਪੋਲੀਟੀਕਲ ਪਾਰਟੀ ਨਾਲ ਕਿਵੇਂ ਸੰਬੰਧ ਹੁੰਦੇ ਆ, ਤੇ ਉਹ ਫਿਰ ਜ਼ਰੂਰ ਸਨਮਾਨਿਤ ਕਰਦੇ ਆ। ਇਸ ਦਾ ਸਾਨੂੰ ਥੋੜਾ ਲਾਸ ਹੋਇਆ ਵਾ। ਤੇ ਮੈਂ ਇਹ ਨਹੀਂ ਸਮਝਦੀ ਕਿ ਜੇ ਮੈਨੂੰ ਕਿਸੇ ਨੇ ਸਨਮਾਨਿਤ ਨਹੀਂ ਕੀਤਾ ਤੇ ਮੈਂ ਆਪਣਾ ਜਿਹੜੇ ਸੁਪਨੇ ਉਹ ਛੱਡ ਦੂੰਗੀ। ਨਹੀਂ, ਮੈਂ ਹੋਰ ਮਜ਼ਬੂਤ ਹੋਊਂਗੀ ਤੇ ਮੈਂ ਹੋਰ ਮਿਹਨਤ ਕਰੂੰਗੀ ਤੇ ਇਸ ਤੋਂ ਵੱਡਾ ਮੈਡਲ ਲੈ ਕੇ ਆਉਂਗੀ। ਬੇਸ਼ੱਕ ਤੁਸੀਂ ਬਹੁਤ ਕਾਮਯਾਬੀ ਹਾਸਲ ਕਰੋਗੇ, ਕਿਉਂਕਿ ਤੁਹਾਡਾ ਜਿਹੜਾ ਨਿਸ਼ਚਾ ਹੈ ਨਾ, ਤੁਸੀਂ ਹਾਲਾਤਾਂ ਨਾਲ ਜਿਸ ਤਰੀਕੇ ਨਾਲ ਲੜਦੇ ਹੋ, ਇਹਦੇ ਵਿੱਚ ਉਹ ਝਲਕਦਾ ਹੈ। ਅੱਛਾ ਗੁਰਸ਼ਰਨ, ਪਰਿਵਾਰ ਚ ਕੌਣ ਕੌਣ ਹੈ ਹੁਣ ਤੁਹਾਡੇ? ਹੁਣ ਮੇਰੇ ਜਿਹੜੇ ਹੈਗੇ ਆ ਮੰਮੀ ਆ, ਮੇਰੇ ਬ੍ਰਦਰ ਆ, ਮੇਰੀ ਬੇਟੀ ਆ 3.5 ਸਾਲ ਦੀ, ਸਿਸਟਰ ਹੈ ਉਹ ਮੈਰਿਡ ਆ ਅੰਮ੍ਰਿਤਸਰ, ਤੇ ਮੈਂ ਬਸ। ਗੁਰਸ਼ਰਨ, ਇੱਕ ਨਾ ਆਮ ਤੌਰ ਦੇ ਉੱਤੇ ਗੱਲ ਕਹੀ ਜਾਂਦੀ ਆ, ਲੋਕਾਂ ਚੋਂ ਅਸੀਂ ਸੁਣਦੇ ਆ ਕਿ ਇੱਕ ਔਰਤ, ਇੱਕ ਕੁੜੀ ਜਦੋਂ ਮਾਂ ਬਣ ਜਾਂਦੀ ਆ, ਉਹਦੀ ਮਮਤਾ ਜਿਹੜੀ ਆ ਉਹ ਉਸ ਨੂੰ ਅੰਦਰੋਂ ਥੋੜਾ ਜਿਹਾ ਕਮਜ਼ੋਰ ਕਹਿ ਲਓ, ਜਾਂ ਕਹਿ ਲਓ ਕਿ ਉਹ ਨਾਜ਼ੁਕ ਹੋ ਜਾਂਦੀ ਆ। ਉਹ ਇੱਕ ਖਿਡਾਰਨ ਦੇ ਤੌਰ ਦੇ ਉੱਤੇ ਵੀ ਉਹਦਾ ਸਟੈਮਿਨਾ ਜਿਹੜਾ ਉਹ ਵੀਕ ਹੋ ਜਾਂਦਾ। ਗੁਰਸ਼ਰਨ ਦਾ ਕੀ ਨਜ਼ਰੀਆ, ਕੀ ਤਜਰਬਾ? ਮੈਂ ਸਾਰਿਆਂ ਨੂੰ, ਜਿਹੜੀ ਲੜਕੀਆਂ ਸਪੋਰਟਸ ਕਰਦੀਆਂ, ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦੀ ਹਾਂ, ਜਦੋਂ ਇੱਕ ਔਰਤ ਮਾਂ ਬਣਦੀ ਹੈ ਬਹੁਤ ਜ਼ਿਆਦਾ ਸਟਰੋਂਗ ਹੋ ਜਾਂਦੀ ਹੈ, ਕਿਉਂਕਿ ਉਸਨੇ ਮੌਤ ਨੂੰ ਬਹੁਤ ਨਜ਼ਦੀਕ ਤੋਂ ਦੇਖਿਆ ਹੁੰਦਾ ਵਾ। ਤੇ ਮੇਰਾ ਮੰਨਣਾ ਵਾ ਕਿ ਮੱਕੇ ਤੋਂ ਅੱਗੇ ਉਜਾੜ ਆ, ਜਿਹੜੀ ਮੌਤ ਆ ਇਸ ਤੋਂ ਅੱਗੇ ਕੁਛ ਨਹੀਂ ਹੈਗਾ। ਮੈਂ ਜਦੋਂ ਆਪਣੀ ਬੇਟੀ ਨੂੰ ਜਨਮ ਦਿੱਤਾ, ਮੈਂ ਬਹੁਤ ਜ਼ਿਆਦਾ ਮਜ਼ਬੂਤ ਤੇ ਸਟਰੋਂਗ ਹੋ ਗਈ ਹਾਂ। ਮੈਂ ਜਿੰਨਾ ਹਾਲਾਤਾਂ ਤੋਂ ਡਰਦੀ ਸੀ, ਮੈਂ ਉਹਨਾਂ ਨਾਲ ਲੜਦੀ ਹਾਂ। ਮੈਂ ਜਦੋਂ ਵੀ ਕੁਝ ਥੱਕ ਜਾਂਦੀ ਹਾਂ ਤੇ ਮੈਂ ਇਹ ਸੋਚਦੀ ਹਾਂ, ਨਹੀਂ, ਮੈਂ ਇੱਕ ਮਾਂ ਵਾਂ ਤੇ ਮੈਂ ਕਦੇ ਹਾਰ ਨਹੀਂ ਸਕਦੀ। ਜਦੋਂ ਵੀ ਬੱਚੇ ਨੂੰ ਕਦੇ ਡਰ ਲੱਗਦਾ, ਉਹ ਕਹਿੰਦਾ ਹਾਏ ਮੰਮੀ, ਰਾਈਟ, ਮੈਂ ਨਹੀਂ ਹਾਰ ਸਕਦੀ। ਮੈਨੂੰ ਡਰ ਤੇ ਥਕਾਵਟ ਜਿਹੜੀ ਉਹ ਮਹਿਸੂਸ ਨਹੀਂ ਹੋ ਸਕਦੀ। ਮੈਂ ਕਿੰਨਾ ਵੀ ਥੱਕ ਜਾਂਦੀ ਹਾਂ, ਮੈਂ ਕਦੀ ਆਪਣੀ ਬੋਡੀ ਨੂੰ ਦੱਸਦੀ ਨਹੀਂ ਮੈਂ ਥੱਕ ਚੁੱਕੀ ਹਾਂ, ਮੈਂ ਫਿਰ ਚੱਲਣਾ ਸ਼ੁਰੂ ਕਰ ਦਿੰਦੀ ਹਾਂ। ਨਹੀਂ, ਇਹ ਮੇਰਾ ਪੈਂਡਾ ਜਿਹੜਾ ਵਾ ਬਹੁਤ ਲੰਮਾ ਵਾ, ਇਸ ਨੂੰ ਮੈਂ ਮਿਹਨਤ ਦੇ ਨਾਲ ਤੈਅ ਕਰਨਾ ਵਾ। ਮੇਰੀ ਹੋਪ ਆ, ਮੈਂ ਆਈ ਤੇ ਸੀਗੀ 2020 ਤੱਕ ਹੀ ਕਰਨ ਵਾਸਤੇ, ਗੇਮ ਕਰਨ ਵਾਸਤੇ, ਪਰ ਮੈਂ ਹੁਣ ਮੇਰੀ ਹੋਪ ਆ ਕਿ ਮੈਂ 2024 ਤੱਕ ਜਿਹੜੀ ਉਹ ਗੇਮ ਕਰੂੰਗੀ, ਤੇ ਮੈਂ ਜਿਹੜੇ ਮੇਰੇ ਮਨ ਦੇ ਸੁਪਨੇ ਸੀਗੇ ਮੈਂ ਪੂਰੇ ਕਰੂੰਗੀ। ਜਦੋਂ ਮੈਂ ਥੱਕਦੀ ਹਾਂ, ਮੈਂ ਆਪਣੀ ਬੇਟੀ ਨੂੰ ਯਾਦ ਕਰਦੀ ਹਾਂ ਤੇ ਮੈਂ ਮਜ਼ਬੂਤ ਹੋ ਜਾਂਦੀ ਹਾਂ। ਮੇਰੇ ਇੱਕ ਹੀ ਲਿਖਿਆ ਵਾ ਕਿ ਮਾਂ ਕਦੇ ਨਹੀਂ ਹਾਰਦੀ। ਉਹੀ ਹੈ ਨਾ ਪ੍ਰਭਾਵ ਬੱਚੇ ਤੇ ਪੈਣਾ ਆ, ਜੇ ਤੁਸੀਂ ਹਾਰ ਗਏ ਤਾਂ ਸ਼ਾਇਦ ਉਹ ਨਾ ਡੋਲ ਜਾਵੇ। ਹਾਂਜੀ, ਮੈਂ ਇੱਕ ਨਾਲ ਮੈਂ ਦੂਜੀਆਂ ਲੜਕੀਆਂ ਨੂੰ ਵੀ ਇੱਕ ਉਹਨਾਂ ਲਈ ਵੀ ਆਈਡਲ ਬਣਨਾ ਚਾਹੁੰਦੀ ਹਾਂ
ਕਿਉਂ ਮੇਰੇ ਤੋਂ ਕੋਈ ਸਿੱਖਣ, ਇਹ ਨਾ ਕਹਿਣ ਕਿ ਉਹਨਾਂ ਨੇ ਸ਼ੁਰੂ ਕੀਤੀ, ਉਹਨਾਂ ਨੇ ਕੀ ਕੀਤਾ। ਨਹੀਂ, ਉਹ ਕਹਿਣ ਉਹਨਾਂ ਨੇ ਸ਼ੁਰੂ ਕੀਤਾ ਤਾਂ ਉਹਨਾਂ ਨੇ ਇਵੇਂ ਦਾ ਐਂਡ ਕੀਤਾ ਵਾ, ਇੰਨੇ ਮੈਡਲ ਲੈ ਕੇ ਐਂਡ ਕੀਤਾ ਵਾ, ਅਸੀਂ ਵੀ ਇਹ ਕਰ ਸਕਦੇ ਹਾਂ। ਗੁਰਸ਼ਰਨ, ਮੈਡਲਸ ਦੀ ਤੁਸੀਂ ਗੱਲ ਕੀਤੀ ਹੈ ਨਾ, ਤੁਸੀਂ 32 ਵਾਰ ਭਾਰਤ ਕੇਸਰੀ ਦਾ ਜਿਹੜਾ ਖਿਤਾਬ ਹਾਸਲ ਕੀਤਾ। ਤੁਸੀਂ ਇੰਡੀਅਨ ਪੁਲਿਸ ਗੇਮਸ ਦੇ ਵਿੱਚ 2 ਵਾਰ ਸੋਨੇ ਦਾ ਤਗਮਾ ਜਿੱਤਿਆ, 1 ਵਾਰ ਬ੍ਰੌਂਜ਼ ਮੈਡਲ ਜਿੱਤਿਆ। ਇਸ ਤੋਂ ਬਿਨਾਂ ਅੰਤਰਰਾਸ਼ਟਰੀ ਪੱਧਰ ਤੇ ਏਸ਼ੀਅਨ ਗੇਮਸ ਦੇ ਵਿੱਚ ਤੁਸੀਂ ਤਗਮੇ ਜਿੱਤੇ ਨੇ। ਮਤਲਬ ਉਹ ਇੱਕ ਜਿਹੜਾ ਬਹੁਤ ਹੀ ਜ਼ਿਆਦਾ ਖਾਸ ਅਹਿਸਾਸ ਹੁੰਦਾ ਹੈ ਨਾ, ਉਹ ਕਿਹੜੀ ਪ੍ਰਾਪਤੀ ਵੇਲੇ ਸੀਗਾ ਜਦੋਂ ਮਨ ਬਹੁਤ ਜ਼ਿਆਦਾ ਭਰ ਆਇਆ ਹੋਵੇ? ਜਦੋਂ ਮੇਰਾ ਏਸ਼ੀਆ ਚੈਂਪੀਅਨਸ਼ਿਪ ਦੇ ਵਿੱਚੋਂ ਬ੍ਰੌਂਜ਼ ਮੈਡਲ ਆਇਆ, ਕਿਉਂਕਿ ਮੈਂ 8 ਸਾਲ ਕੁਸ਼ਤੀ ਤੋਂ ਦੂਰ ਰਹੀ ਹਾਂ। ਜਦੋਂ ਮੈਂ ਮੈਡਲ ਲਿਆ ਸੀਗਾ ਤੇ ਉਹ ਮੈਂ ਆਪਣੀ ਜਿਹੜੀ ਖੁਸ਼ੀ ਆ ਉਹ ਮੈਂ ਰੋਕ ਨਹੀਂ ਪਾ ਰਹੀ ਸੀ, ਉਹ ਮੇਰੇ ਅਥਰੂਆਂ ਦੇ ਰੂਪ ਦੇ ਵਿੱਚ ਡਿੱਗੀ ਜਾ ਰਹੀ ਸੀ। ਕਿ ਮੇਰੇ ਕੋਚ ਮੈਨੂੰ ਬਹੁਤ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੇ, ਪਰ ਮੇਰੇ ਕੋਲ ਉਸ ਵਕਤ ਰੁਕਿਆ ਨਹੀਂ ਜਾ ਰਿਹਾ ਸੀ। ਫਿਰ ਦੁਬਾਰਾ ਕੁਸ਼ਤੀ ਸ਼ੁਰੂ ਕਰਨੀ, ਇੰਨੀਆਂ ਮੁਸ਼ਕਲਾਂ ਮੇਰੇ ਤੇ ਅਜੇ ਵੀ, ਮੇਰੇ ਕੇਸ ਜਿਹੜੇ ਮੇਰੇ ਹਸਬੈਂਡ ਦੇ ਨਾਲ ਚੱਲਦੇ ਪਏ ਆ, ਕਦੀ ਕਿਤੇ ਤਰੀਕ ਪੈ ਜਾਂਦੀ ਆ, ਕਦੀ ਕਿਤੇ ਪੈ ਜਾਂਦੀ ਆ, ਪਰ ਇੰਨੀਆਂ ਮੁਸ਼ਕਲਾਂ ਦੇ ਵਿੱਚੋਂ ਨਿਕਲ ਕੇ ਮੈਂ ਜੋ ਮੇਰਾ ਮੈਡਲ ਲਿਆ ਨਾ, ਉਸ ਦੀ ਵੈਲਿਊ ਸਿਰਫ ਮੈਂ ਹੀ ਜਾਣ ਸਕਦੀ, ਹੋਰ ਕੋਈ ਨਹੀਂ ਜਾਣ ਸਕਦਾ। ਉਹ ਜਦੋਂ ਮੈਂ ਉਸ ਮੇਰੇ ਗਲੇ ਦੇ ਵਿੱਚ ਮੈਡਲ ਲਮਕ ਰਿਹਾ ਸੀ ਨਾ, ਮੈਂ ਐਵੇਂ ਲੱਗਦਾ ਸੀ ਕਿ ਮੈਂ ਜ਼ਿੰਦਗੀ ਜੀ ਲਈ ਆ। ਉਹ ਖੁਸ਼ੀ ਤੇ ਮੈਂ ਲਫ਼ਜ਼ਾਂ ਦੇ ਵਿੱਚ ਬਿਆਨ ਕਰਨਾ ਮੇਰੇ ਲਈ ਬਹੁਤ ਮੁਸ਼ਕਲ ਆ। ਸ਼ਾਇਦ ਉਹ ਲਫ਼ਜ਼ ਹੀ ਨਹੀਂ ਹੈਗੇ ਜਿਨ੍ਹਾਂ ਨਾਲ ਮੈਂ ਖੁਸ਼ੀ ਬਿਆਨ ਕਰ ਸਕਦਾ। ਤੁਸੀਂ ਸਮਝ ਲਓ, ਜੇ ਕੋਈ ਆਦਮੀ ਅੰਨਾ ਵਾ ਤਾਂ ਉਹਨੂੰ ਅੱਖਾਂ ਮਿਲ ਜਾਣ ਤੇ ਕਿਵੇਂ ਦਾ ਮਹਿਸੂਸ ਹੋਊਗਾ। ਉਹ ਖੁਸ਼ੀ ਸੀ। 8 ਸਾਲ ਤੁਸੀਂ ਖੇਡ ਤੋਂ ਦੂਰ ਰਹੇ ਹੋ, ਪਰਿਵਾਰਿਕ ਜਿਹੜੇ ਤੁਹਾਡੀਆਂ ਮੁਸੀਬਤਾਂ ਤੁਹਾਨੂੰ ਝੱਲਣੀਆਂ ਪਈਆਂ ਉਹਦੇ ਕਰਕੇ। ਹਾਂਜੀ ਮੈਂ ਉਹੀ ਪੁੱਛਣਾ ਸੀਗਾ ਕਿ ਤੁਸੀਂ ਇੱਕ ਆਤਮ ਨਿਰਭਰ ਔਰਤ, ਤੁਸੀਂ ਏਦਾਂ ਦਾ ਕਿਰਦਾਰ ਹੋ, ਤੁਸੀਂ ਇਕੱਲੇ ਵੀ ਪਰਿਵਾਰ ਨੂੰ ਚਲਾ ਸਕਦੇ ਹੋ, ਤੁਸੀਂ ਖਰਚਾ ਪਰਿਵਾਰ ਦਾ ਤੁਸੀਂ ਇਕੱਲੇ ਬਹੁਤ ਵਧੀਆ ਢੰਗ ਨਾਲ, ਕਿਉਂਕਿ ਤੁਸੀਂ ਕਮਾਉਨੇ ਵੀ ਹੋ, ਤੁਸੀਂ ਨਾਮ ਵੀ ਜਿਹੜਾ ਕਮਾਇਆ ਆ। ਮਤਲਬ ਗੁਰਸ਼ਰਨ ਵਰਗੇ ਕਿਰਦਾਰ ਤੋਂ ਕੀ ਦਿੱਕਤ ਆਈ ਜਿਹੜਾ ਕਿ ਇਸ ਤਰੀਕੇ ਨਾਲ ਉਹਨਾਂ ਲੋਕਾਂ ਨੇ ਵਿਵਹਾਰ ਕੀਤਾ ਤੁਹਾਡੇ ਨਾਲ? ਕਿਉਂਕਿ ਜਿਹੜੀ ਗੁਰਸ਼ਰਨਪ੍ਰੀਤ ਕੌਰ ਸੀ ਨਾ, ਉਸਨੇ ਪਹਿਲਾਂ ਇੱਕ ਲੜਕੇ ਨੂੰ ਜਨਮ ਨਹੀਂ ਦਿੱਤਾ, ਉਹਨੇ ਇੱਕ ਲੜਕੀ ਨੂੰ ਜਨਮ ਦਿੱਤਾ। ਉਹਨਾਂ ਲਈ ਇਹ ਬਦਕਿਸਮਤੀ ਸੀ, ਲੇਕਿਨ ਮੇਰੇ ਲਈ ਬਹੁਤ ਵਧੀਆ ਸੀ, ਕਿਉਂਕਿ ਮੇਰੇ ਦਾਦੀ ਜੀ ਕਹਿੰਦੇ ਸੀ, ਉਹੀ ਨਾਰ ਸੁਲੱਖਣੀ ਜਿਹਨੇ ਪਹਿਲੀ ਜਾਈ ਲక్ష్ਮੀ। ਮੈਂ ਬਹੁਤ ਖੁਸ਼ ਹਾਂ। ਮੇਰੇ ਅੱਗੇ ਵੀ ਕੋਈ ਜਨਮ ਹੋਵੇ ਤਾਂ ਉਹਦੇ ਵਿੱਚ ਵੀ ਮੈਂ ਜੇ ਮਨੁੱਖਾ ਜਨਮ ਲਵਾਂ ਤਾਂ ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰੂੰਗੀ ਕਿ ਮੈਨੂੰ ਬੇਟੀ ਹੀ ਹੋਵੇ। ਮੈਨੂੰ ਕੋਈ ਸ਼ੌਕ ਨਹੀਂ ਕਿ ਮੇਰੇ, ਕਿਉਂਕਿ ਅੱਜ ਕੱਲ੍ਹ ਬੇਟੀਆਂ ਕਿਸੇ ਨਾਲੋਂ ਕੰਮ ਨਹੀਂ ਆ। ਜਦੋਂ ਆਪਾਂ ਇਹ ਚਾਹੁੰਦੇ ਹਾਂ ਕਿ ਹਾਂਜੀ ਸਾਡੀ ਬੇਟੀ ਜਿਹੜੀ ਉਹ DSP, ਸਾਡੀ ਜਿਹੜੀ ਬਹੂ ਉਹ DSP ਹੋਣੀ ਚਾਹੀਦੀ ਆ, ਸਾਡੀ ਜਿਹੜੀ ਉਹ SDM ਹੋਣੀ ਚਾਹੀਦੀ ਆ, DC ਹੋਣੀ ਚਾਹੀਦੀ ਆ, ਪਰ ਸਾਡੇ ਘਰ ਲੜਕੀ ਨਹੀਂ ਹੋਣੀ ਚਾਹੀਦੀ। ਰਾਈਟ। ਇੱਕ ਮੈਂ ਜਿਸ ਘਰ ਦੇ ਵਿੱਚ ਹੀ ਲੜਕੀ ਹੋਗੀ, ਮੈਂ ਆਪਣੀ ਬੇਟੀ ਦੀ ਸ਼ਾਦੀ ਉਸੇ ਘਰ ਵਿੱਚ ਕਰਾਂਗੀ। ਅਦਰਵਾਈਜ਼ ਮੈਂ ਜਿੱਥੇ ਇੱਕ ਲੜਕਾ ਪੈਦਾ ਹੋਊਗਾ, ਜਿਨ੍ਹਾਂ ਦਾ ਇੱਕ ਲੜਕਾ, ਉੱਥੇ ਮੈਂ ਆਪਣੀ ਬੇਟੀ ਦੀ ਸ਼ਾਦੀ ਨਹੀਂ ਕਰਾਂਗੀ, ਕਿਉਂਕਿ ਉਹ ਇੱਕ ਲੜਕੀ ਨੂੰ ਨਹੀਂ ਸਮਝ ਸਕਦੇ ਜਿਨ੍ਹਾਂ ਦੀ ਆਪਣੀ ਬੇਟੀ ਨਹੀਂ ਹੁੰਦੀ। ਇਹ ਸੇਮ ਮੇਰੇ ਨਾਲ ਹੋਇਆ ਵਾ, ਕਿਉਂਕਿ ਮੇਰੇ ਇਨ-ਲॉज ਦੇ ਵਿੱਚ ਕੋਈ ਲੜਕੀ ਨਹੀਂ ਸੀਗੀ। ਉਹਨਾਂ ਨੇ ਮੈਂ ਕਿਹੋ ਜਿਹੀਆਂ ਮੁਸ਼ਕਲਾਂ ਤੇ ਸਹੀਆਂ ਉਹ ਮੇਰੇ ਇੱਥੇ ਸ਼ਾਇਦ ਮੈਂ ਦੱਸ ਨਹੀਂ ਸਕਦੀ ਜੀ। ਲੇਕਿਨ ਤੁਸੀਂ ਹਨਾ ਅੱਜ ਵੀ ਉਸ ਸਭ ਨੂੰ ਹੁੰਦੇ ਹੋਏ, ਉਹ ਚੁਣੌਤੀਆਂ ਨੂੰ ਇੱਕ ਸਾਈਡ ਤੇ ਰੱਖ ਕੇ ਹੋਏ ਜਾਂ ਨਾਲ ਨਾਲ ਹਟਾਉਂਦੇ ਹੋਏ ਖੇਡ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਉੱਤੇ ਨਾਮਣਾ ਖੱਟਿਆ। ਪਰ ਸੱਚੀ ਕਹਿਣਾ ਕਿ ਸਾਨੂੰ ਬੜਾ ਦੁੱਖ ਹੁੰਦਾ ਹੈ ਜਦੋਂ, ਜਿਵੇਂ ਤੁਸੀਂ ਤੁਹਾਡੀ ਜ਼ੁਬਾਨ ਤੋਂ ਸੁਣਿਆ, ਕਿ ਅੱਜ ਵੀ ਲੋਕ ਐਪਰੀਸ਼ੀਏਟ ਕਰਨ ਦੇ ਲਈ ਨਹੀਂ ਨਿਕਲਦੇ। ਲੋਕਾਂ ਨੂੰ ਸਿਰਫ ਉਹੀ ਚੰਗਾ ਲੱਗਦਾ ਹੈ ਜੋ ਉਹਨਾਂ ਨੂੰ ਤਸਵੀਰਾਂ ਦੇ ਵਿੱਚ TV ਦੇ ਉੱਤੇ ਵੇਖਣ ਨੂੰ ਮਿਲਦਾ ਹੈ। ਸਭ ਤੋਂ ਜ਼ਿਆਦਾ ਦੁੱਖ ਦੀ ਗੱਲ ਮੇਰੇ ਲਈ ਉਦੋਂ ਸੀ ਜਦੋਂ ਮੇਰੇ ਹਸਬੈਂਡ ਨੇ ਕਿਹਾ ਕਿ ਮੇਰੀ ਬੇਟੀ ਦੇ ਵਿੱਚ ਤੇ ਮੇਰੇ ਦੇ ਵਿੱਚ ਇੱਕ ਚੀਜ਼ ਚੁਣ ਲਾ ਗੁਰਸ਼ਰਨ। ਤੇ ਮੈਂ ਸ਼ਾਇਦ 1 ਜਾਂ 2 ਸੈਕਿੰਡ ਲਗਾਏ ਸੀ ਆਪਣੀ ਬੇਟੀ ਨੂੰ ਚੁਣਨ ਲੱਗਿਆ, ਕਿ ਮੈਂ ਆਪਣੀ ਬੇਟੀ ਨੂੰ ਚੁਣਨਾ। ਮੈਂ ਮਾਂ ਵਾਂ, ਮੈਂ ਆਪਣੀ ਬੇਟੀ ਨੂੰ ਚੁਣਾਂਗੀ। ਅੱਜ ਜੇ ਮੈਂ ਆਪਣੀ ਬੇਟੀ ਨੂੰ ਨਹੀਂ ਚੁਣਦੀ ਤੇ ਮੈਨੂੰ ਕੌਣ ਚੁਣੂਗਾ? ਹਾਂ, ਮੈਨੂੰ ਯਕੀਨ ਆ ਕਿ ਮੇਰੀ ਮੰਮਾ ਨੂੰ ਵੀ ਮੇਰੇ ਬ੍ਰਦਰ ਤੇ ਮੇਰੇ ਵਿੱਚੋਂ ਚੁਣਨਾ ਪਊਗਾ, ਮੈਨੂੰ ਚੁਣਨਗੇ। ਇਸ ਲਈ ਮੈਂ ਆਪਣੀ ਬੇਟੀ ਨੂੰ ਚੁਣ ਕੇ ਉਹਨਾਂ ਤੋਂ ਦੂਰ ਹੋ ਕੇ ਮੈਨੂੰ ਕੋਈ ਅਫਸੋਸ ਨਹੀਂ ਹੈ। ਗੁਰਸ਼ਰਨ, ਕੀ ਅਗਲਾ ਟੀਚਾ ਕੀ ਆ ਜੇ ਅਸੀਂ ਰੈਸਲਿੰਗ ਦੇ ਵਿੱਚ ਕੁਸ਼ਤੀ ਦੀ ਗੱਲ ਕਰੀਏ?
ਤਿਆਰੀਆਂ ਕਿਸ ਚੀਜ਼ ਲਈ ਚੱਲ ਰਹੀਆਂ ਨੇ ਹੁਣ? ਫਿਲਹਾਲ ਤੇ ਮੈਂ 올림픽 ਕੁਆਲੀਫਾਈ ਵਾਸਤੇ ਤਿਆਰੀ ਕਰ ਰਹੀ ਹਾਂ ਤੇ ਮੈਨੂੰ ਹੋਪ ਵੀ ਪੂਰੀ ਹੈ ਕਿ ਮੈਂ ਕੁਆਲੀਫਾਈ ਕਰੂੰਗੀ। ਮੁਸ਼ਕਲਾਂ ਬਹੁਤ ਹੈ ਮੇਰੀ ਜ਼ਿੰਦਗੀ ਦੇ ਵਿੱਚ, ਪਰ ਜੇ ਆਪਣੀ ਜ਼ਿੰਦਗੀ ਹੈ ਨਾ, ਮਨੁੱਖਾ ਜੀਵਨ ਮਿਲਿਆ ਵਾ ਤੇ ਉਸ ਵਿੱਚ ਮੁਸ਼ਕਲਾਂ ਜਿਹੜੀਆਂ ਉਹ ਇਨਸਾਨ ਵਾਸਤੇ ਬਣੀਆਂ ਵਾ। ਤੇ ਹੋਰ ਜਾਨਵਰ ਵੀ ਇੱਥੇ ਰਹਿੰਦੇ ਆ ਧਰਤੀ ਤੇ, ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ, ਉਹਨਾਂ ਨੂੰ ਉਹਨਾਂ ਮੁਸ਼ਕਲਾਂ ਦਾ ਕਦੀ ਅਹਿਸਾਸ ਨਹੀਂ ਹੁੰਦਾ। ਆਪਾਂ ਇਨਸਾਨ ਆ, ਇਹ ਮੁਸ਼ਕਲਾਂ ਆਪਣੇ ਵਾਸਤੇ ਬਣੀਆਂ, ਮੈਂ ਇਹਨਾਂ ਦਾ ਸਾਹਮਣਾ ਕਰੂੰਗੀ, ਲੇਕਿਨ ਮੈਂ ਉਸ ਤੋਂ ਜ਼ਿਆਦਾ ਮਿਹਨਤ ਕਰੂੰਗੀ। ਮਿਹਨਤ ਕਰਕੇ ਮੈਂ ਆਪਣੇ ਪੰਜਾਬ ਦਾ ਤੇ ਇੰਡੀਆ ਦਾ ਨਾਂ ਜਿਹੜਾ ਰੋਸ਼ਨ ਕਰੂੰਗੀ। ਜਿੱਦਾਂ ਦਾ ਤੁਹਾਡਾ ਸਫ਼ਰ ਰਿਹਾ ਹੈ ਨਾ, ਤੁਸੀਂ ਜਿਹੜੀਆਂ ਮੁਸੀਬਤਾਂ ਦੇ ਨਾਲ ਟੱਕਰ ਲਈ ਆ, ਮੈਨੂੰ ਲੱਗਦਾ ਕਿ ਕੋਈ ਹੋਰ ਹੁੰਦਾ ਤਾਂ ਬਹੁਤ ਛੇਤੀ ਢਹਿ ਜਾਂਦਾ। ਪਰ ਮੈਂ ਦੁਨੀਆ ਲਈ ਆਈਡਲ ਬਣਨਾ ਚਾਹੁੰਦੀ ਹਾਂ ਉਹਨਾਂ ਦੀ ਕਮਜ਼ੋਰੀ ਨੂੰ। ਗੁਰਸ਼ਰਨ, ਜਦੋਂ ਤੁਸੀਂ ਪ੍ਰੈਕਟਿਸ ਤੇ ਜਾਂਦੇ ਹੋ ਜਾਂ ਮੁਕਾਬਲਿਆਂ ਤੇ ਜਾਂਦੇ ਹੋ ਨਾ, ਤੁਸੀਂ ਬੀਇੰਗ ਅ ਸੀਨੀਅਰ ਰੈਸਲਰ, ਇੱਕ ਤੁਸੀਂ ਸੀਨੀਅਰ ਕੁਸ਼ਤੀ ਦੇ ਖਿਡਾਰਨ ਹੋ, ਹੁਣ ਜਿਹੜੀਆਂ ਤੁਹਾਡੇ ਤੋਂ ਜੂਨੀਅਰ ਤੁਹਾਨੂੰ ਪਲੇਅਰਸ ਮਿਲਦੇ ਨੇ, ਉਹਨਾਂ ਦਾ ਕੀ ਰਿਐਕਸ਼ਨ ਹੁੰਦਾ? ਉਹ ਕਿਵੇਂ ਤੁਹਾਨੂੰ ਆ ਕੇ ਮਿਲਦੇ ਨੇ, ਕਿਵੇਂ ਤੁਹਾਡੇ ਤੋਂ ਹਨਾ, ਕਿਉਂਕਿ ਉਹ ਇੰਸਪਾਇਰ ਹੁੰਦੇ ਹੋਣਗੇ ਬਹੁਤ ਜ਼ਿਆਦਾ। ਦੇਖੋ, ਪਹਿਲਾਂ ਤਾਂ ਮੈਨੂੰ ਇਹ ਹੈ ਕਿ ਜਦੋਂ ਮੈਂ ਕੇ ਇੰਡੀਆ ਕੈਂਪ ਦੇ ਵਿੱਚ ਗਈ ਹਾਂ, ਮੈਨੂੰ ਬਿਲਕੁਲ ਮਹਿਸੂਸ ਨਹੀਂ ਹੋਇਆ ਕਿ ਮੈਂ 8 ਸਾਲ ਬਾਅਦ ਉਹ ਇੰਡੀਆ ਕੈਂਪ ਜੁਆਇਨ ਕੀਤਾ ਵਾ। ਉਹਨਾਂ ਨੇ ਮੈਨੂੰ ਇੰਨਾ ਮਤਲਬ ਲੜਕੀਆਂ ਨੇ ਪਿਆਰ ਕੀਤਾ ਵਾ ਕਿ ਕਦੇ ਵੀ ਕਿਤੇ ਮੈਂ ਉਦਾਸ ਹੋ, ਮੈਨੂੰ ਸਾਰੀਆਂ ਲੜਕੀਆਂ ਉਹਨਾਂ ਦੇ ਕੋਲ ਆਪ ਖੁਦ ਇੰਨੇ ਮੈਡਲ ਲਿਆ, ਜਿਵੇਂ ਵਨੀਸ਼ ਫੋਗਟ ਹੋ ਗਈ, ਸ੍ਰੀਤਾ ਮੋਰ ਆ, ਪੂਜਾ ਟਾਂਡਾ ਆ, ਨਵਜੋਤ ਕੌਰ ਆ, ਇਹ ਮੇਰੇ ਕੋਲ ਐਵੇਂ ਭੱਜ ਕੇ ਆ ਜਾਂਦੇ ਕਿ ਨਹੀਂ ਦੀਦੀ, ਅਸੀਂ ਤੁਹਾਡੇ ਵੱਲ ਵੇਖਦੇ ਹਾਂ ਤੇ ਅਸੀਂ ਹੋਰ ਮਜ਼ਬੂਤ ਹੁੰਦੇ ਹਾਂ, ਤੁਸੀਂ ਉਦਾਸ ਨਹੀਂ ਹੋ ਸਕਦੇ। ਉਹਨਾਂ ਸਾਰਿਆਂ ਨੇ ਇੰਨਾ ਪਿਆਰ ਕੀਤਾ ਵਾ ਕਿ ਮੈਨੂੰ ਕੁਸ਼ਤੀ ਦੇ ਨਾਲ ਹੋਰ ਪਿਆਰ ਹੋ ਗਿਆ, ਹੋਰ ਮਿਹਨਤ ਕੀਤੀ ਮੈਂ, ਤੇ ਮੈਨੂੰ ਹੋ ਪਿਆ ਕਿ ਮੇਰਾ ਚੰਗਾ ਰਿਜ਼ਲਟ ਆਊਗਾ। ਜਿਹੜੀਆਂ ਪੰਜਾਬ ਦੀਆਂ ਜੂਨੀਅਰ ਲੜਕੀਆਂ ਵਾ, ਉਹ ਮੇਰੇ ਨਾਲ ਅਜੇ ਵੀ ਅਟੈਚ ਆ, ਉਹ ਡੇਲੀ ਮੇਰੇ ਕੋਲੋਂ ਪੁੱਛਦੇ, ਦੀਦੀ ਤੁਸੀਂ ਹੁਣ ਲੋਕਡਾਊਨ ਦੇ ਵਿੱਚ ਕੀ ਪ੍ਰੈਕਟਿਸ ਕਰਦੇ ਹੋ, ਸਾਨੂੰ ਕੀ ਪ੍ਰੈਕਟਿਸ ਕਰਨੀ ਚਾਹੀਦੀ ਹੈ, ਅਸੀਂ ਕਿਵੇਂ ਤੁਹਾਡੇ ਵਰਗੇ ਬਣਾਂਗੇ ਜੀ। ਫਿਰ ਮੈਂ ਜੋ ਵੀ ਪ੍ਰੈਕਟਿਸ ਕਰਦੀ ਹਾਂ ਮੈਂ ਉਹਨਾਂ ਨਾਲ ਸ਼ੇਅਰ ਕਰਦੀ ਹਾਂ, ਕਿਉਂਕਿ ਮੈਂ ਚਾਹੁੰਦੀ ਹਾਂ ਕਿ ਪੰਜਾਬ ਦੇ ਹੋਰ ਵੀ ਮੈਡਲ ਆਉਣ। ਅੱਛਾ ਗੁਰਸ਼ਰਨ, ਤੁਸੀਂ ਬਤੌਰ ਸਬ ਇੰਸਪੈਕਟਰ ਡਿਊਟੀ ਨਿਭਾ ਰਹੇ ਹੋ ਨਾ, ਫਰੰਟ ਲਾਈਨ ਦੇ ਉੱਤੇ ਤੁਸੀਂ ਕੰਮ ਕਰ ਰਹੇ ਹੋ, ਤੇ ਇਸ ਵੇਲੇ ਇੱਕ ਵੱਡੀ ਚੁਣੌਤੀ ਜਿਹਦੇ ਨਾਲ ਸਾਰਾ ਹਨਾ ਵਿਸ਼ਵ ਆ ਉਹ ਟਕਰਾ ਰਿਹਾ, ਤੇ ਪਰਿਵਾਰ ਵੀ ਸਾਂਭਣਾ ਆ, ਬੱਚੀ ਵੀ ਛੋਟੀ ਆ, ਤੇ ਨਾਲ ਡਿਊਟੀ ਵੀ ਕਰਨੀ ਆ, ਕਿੱਦਾਂ ਮੈਨੇਜ ਹੁੰਦਾ ਆ ਇਸ ਵੇਲੇ ਇਹ ਸਭ ਕੁਝ? ਪਹਿਲਾਂ ਤੇ ਜਦੋਂ ਮੈਂ ਇੱਥੇ ਪੁਲਿਸ ਦੀ ਡਿਊਟੀ ਤੇ ਜਾਣਾ ਸ਼ੁਰੂ ਕੀਤਾ ਸੀਗਾ, ਉਸ ਟਾਈਮ ਮੇਰੇ ਲਈ ਬਹੁਤ ਔਖਾ ਸੀਗਾ ਕਿ ਪ੍ਰੈਕਟਿਸ ਕੰਮ ਤੋਂ ਬਾਅਦ ਡਿਊਟੀ ਜਦੋਂ ਕਰਦੇ ਸੀਗੇ ਤੇ ਉੱਥੇ ਡਿਊਟੀ ਤੇ ਜਾ ਕੇ ਨੀਂਦ ਆਉਣ ਲੱਗ ਜਾਂਦੀ ਸੀ, ਫਿਰ ਸ਼ਾਮ ਨੂੰ ਆ ਕੇ ਪ੍ਰੈਕਟਿਸ ਨਹੀਂ ਸੀ ਕਰ ਪਾਉਂਦੇ। ਤੇ ਜਿਹੜੇ ਸਾਡੇ ਮਾਨਯੋਗ SSP ਧਰੁਵ ਦਈਆ ਜੀ ਆ, ਤੇ ਮੈਂ ਉਹਨਾਂ ਨੂੰ ਜਾ ਕੇ ਰਿਕੁਐਸਟ ਕੀਤੀ, ਸਰ ਮੇਰੇ ਕੋਲ ਐਵੇਂ ਪ੍ਰੈਕਟਿਸ ਕਰਕੇ ਡਿਊਟੀ ਕਰਨੀ ਮੇਰੇ ਲਈ ਬਹੁਤ ਮੁਸ਼ਕਲ ਹੋ ਜਾਂਦੀ ਆ, ਮੇਰੀ ਬੇਟੀ ਜਿਹੜੀ ਉਹ 3.5 ਸਾਲ ਦੀ ਆ। ਉਹਨੇ ਕਿਹਾ ਤੁਸੀਂ ਨਾ ਤੁਸੀਂ ਬੇਟੀ ਦਾ ਦੱਸੋ, ਨਾ ਤੁਸੀਂ ਡਿਊਟੀ ਦਾ ਦੱਸੋ, ਤੁਸੀਂ ਇੰਨਾ ਆਪਣੇ ਇੰਡੀਆ ਦਾ ਨਾਮ ਚਮਕਾਇਆ ਵਾ, ਤੁਸੀਂ ਮੇਰੇ ਪਹਿਲਾਂ ਕਿਉਂ ਨਹੀਂ ਆ ਕੇ ਮਿਲੇ? ਤੁਸੀਂ ਸਿਰਫ ਸਵੇਰੇ ਸ਼ਾਮ ਪ੍ਰੈਕਟਿਸ ਕਰਨੀ ਆ, ਡਿਊਟੀ ਨਹੀਂ ਕਰਨੀ। ਉਹਨਾਂ ਨੇ ਮੈਨੂੰ ਡਿਊਟੀ ਤੋਂ ਫ੍ਰੀ ਕਰ ਦਿੱਤਾ ਵਾ, ਇਸ ਲਈ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ। ਬਿਲਕੁਲ, ਦੇਖੋ ਇਸ ਤਰੀਕੇ ਦੇ ਨਾਲ ਜਦੋਂ ਕੋਈ ਬੰਦਾ ਸਾਨੂੰ ਸਮਝਦਾ ਆ, ਸਾਡੀਆਂ ਪ੍ਰਾਪਤੀਆਂ ਦਾ ਸਾਡਾ ਮੁੱਲ ਪਾਉਂਦਾ ਆ, ਫਿਰ ਆਪ ਮੁਹਾਰੇ ਅਸੀਂ ਅੱਗੇ ਵਧਣ ਨੂੰ ਕਾਹਲੇ ਪੈਂਦੇ ਆ। ਹਾਂਜੀ, ਕਿਉਂਕਿ ਜਦੋਂ ਉਦੋਂ ਜਾਂਦੀ ਸੀ ਤਦੋਂ ਮੈਂ ਮੇਬੀ 45 ਮਿੰਟਸ ਹੀ ਜ਼ਿਆਦਾ ਪ੍ਰੈਕਟਿਸ ਕਰ ਪਾਉਂਦੀ ਸੀ, ਪਰ ਹੁਣ ਮੈਂ 2 ਘੰਟੇ ਪ੍ਰੈਕਟਿਸ ਕਰਦੀ ਹਾਂ ਤੇ ਮਨ ਵੀ ਖੁਸ਼ ਰਹਿੰਦਾ ਵਾ। ਪਰ ਮੈਂ ਉਹਨਾਂ ਨੂੰ ਇਹ ਵੀ ਕਿਹਾ ਹੋਇਆ ਕਿ ਜੇ ਕੋਈ ਐਮਰਜੈਂਸੀ ਡਿਊਟੀ ਪੈਂਦੀ ਤੁਸੀਂ ਮੈਨੂੰ ਬੁਲਾਓ, ਮੈਂ ਜ਼ਰੂਰ ਆਵਾਂਗੀ। ਅੱਛਾ ਗੁਰਸ਼ਰਨ, ਜਾਂਦੇ ਜਾਂਦੇ ਇੱਕ ਸਵਾਲ ਇਹ ਕਰਨਾ ਆ ਕਿ ਇੱਕ ਖਿਡਾਰੀ ਹੋਣ ਦੇ ਨਾਤੇ ਉਮਰ ਕੋਈ ਮਾਇਨਾ ਰੱਖਦੀ ਹੈ ਕਿ ਤੁਸੀਂ ਇਸ ਉਮਰ ਹੱਦ ਤੱਕ ਖੇਡ ਸਕਦੇ ਹੋ? ਨਹੀਂ, ਮੈਂ ਇਹ ਪਹਿਲਾਂ ਵੀ ਮੈਨੂੰ ਇੱਕ ਸਵਾਲ ਪੁੱਛਿਆ ਸੀ ਕਿ ਜਿਵੇਂ ਸੁਸ਼ੀਲ ਕੁਮਾਰ ਜੀ ਆ ਕਿ ਉਹਨਾਂ ਨੂੰ ਗੇਮ ਛੱਡ ਦੇਣੀ ਚਾਹੀਦੀ। ਨਹੀਂ, ਜਦੋਂ ਤੱਕ ਆਪਾਂ ਜਿੱਤਦੇ ਹਾਂ ਤੇ ਆਪਾਂ ਜਵਾਨ ਆ, ਜਦੋਂ ਆਪਣਾ ਦਿਲ ਹਾਰ ਜਾਂਦਾ ਤੇ ਸਮਝ ਲਓ ਕਿ ਆਪਾਂ ਬੁੱਢੇ ਹੋ ਚੁੱਕੇ ਹਾਂ। ਬਹੁਤ ਜਿਹੜੀ ਏਜ ਉਹ ਜਸਟ ਇੱਕ ਨੰਬਰ ਆ, ਉਹ ਨੰਬਰ ਦਾ ਪਤਾ ਚੱਲਦਾ ਰਹਿੰਦਾ ਵੀ ਇੰਨੇ ਨੰਬਰ ਆ ਗਏ, ਇੰਨੇ ਨੰਬਰ ਆ ਗਏ, ਉਸ ਦਾ ਬੋਡੀ ਦੇ ਨਾਲ ਕੋਈ ਇਫੈਕਟ ਨਹੀਂ ਪੈਂਦਾ। ਚਾਹੇ ਤੁਸੀਂ 50 ਸਾਲ ਦੇ ਵੀ ਹੋ ਜਾਂਦੇ, ਤੁਸੀਂ 올림픽 ਖੇਡ ਸਕਦੇ ਹੋ ਤੇ ਤੁਹਾਡੇ 'ਚ ਹਿੰਮਤ ਆ। ਤੇ ਮੈਂ 36 ਈਅਰ ਦੀ ਹਾਂ, ਮੈਨੂੰ ਇਹ ਕਦੀ ਮਹਿਸੂਸ ਨਹੀਂ ਹੋਇਆ ਕਿ ਮੈਂ ਇੰਨੇ ਸਾਲ ਜਿਹੜੇ ਉਹ ਇੰਨੇ ਸਾਲਾਂ ਦੀ ਹਾਂ। ਮੈਨੂੰ ਐਵੇਂ ਲੱਗਦਾ ਜੇ ਮੈਂ ਮੇਬੀ 28 27 ਈਅਰ ਦੀ ਹਾਂ। ਤੇ ਮੈਂ ਕੁੜੀਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਏਜ ਦਾ ਕਰਕੇ ਤੁਸੀਂ ਗੇਮ ਨਾ ਛੱਡੋ, ਏਜ ਕੋਈ ਵੀ ਮਾਇਨੇ ਨਹੀਂ ਰੱਖਦੀ। ਜੇ ਤੁਹਾਡਾ ਦਿਲ ਹਾਰਦਾ ਤੇ ਫਿਰ ਤੁਸੀਂ ਹਾਰ ਦਿਓ।
ਬਹੁਤ ਖੂਬ। ਬੜਾ ਸੋਹਣਾ ਤੁਸੀਂ ਨੇ ਸੁਨੇਹਾ ਦਿੱਤਾ ਆ ਨਾ, ਖਾਸ ਕਰਕੇ ਲੜਕੀਆਂ ਨੂੰ। ਗੁਰਸ਼ਰਨ, ਤੁਹਾਡੀ ਜ਼ਿੰਦਗੀ ਆਪਣੇ ਆਪ ਦੇ ਵਿੱਚ ਇੱਕ ਜਿਉਂਦੀ ਜਾਗਦੀ ਮਿਸਾਲ ਆ ਕਿ ਜਦੋਂ ਮੁਸੀਬਤਾਂ ਆਉਣਗੀਆਂ, ਜੇ ਤੁਸੀਂ ਸਾਹਮਣਾ ਕਰੋਗੇ ਤਾਂ ਕਾਮਯਾਬੀਆਂ ਵੀ ਜਿਹੜੀਆਂ ਨੇ ਉਹ ਬਰਾਬਰ ਤੁਹਾਨੂੰ ਮਿਲਣਗੀਆਂ। ਸੋ ਸਾਡੇ ਨਾਲ ਗੱਲਬਾਤ ਕੀਤੀ, ਬੜਾ ਸੋਹਣਾ ਤੁਸੀਂ ਤਜਰਬਾ ਆਪਣਾ ਸਾਂਝਾ ਕੀਤਾ ਗੁਰਸ਼ਰਨ। ਬਹੁਤ ਬਹੁਤ ਸ਼ੁਕਰੀਆ। ਤੇ ਅਸੀਂ ਆਸ ਇਹੀ ਕਰਦੇ ਹਾਂ ਕਿ ਤੁਸੀਂ ਜੋ ਪ੍ਰਾਪਤ ਕਰਨਾ ਚਾਹੁੰਦੇ ਹੋ, ਤੁਹਾਡੀਆਂ ਜੋ ਤਿਆਰੀਆਂ ਚੱਲਦੀਆਂ ਨੇ, ਉਸ ਦੇ ਵਿੱਚ ਕਾਮਯਾਬੀ ਜਿਹੜੀ ਆ ਤੁਹਾਨੂੰ ਜ਼ਰੂਰ ਮਿਲੇ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।